हेलो एवरीवन, सत श्री अकाल सारिਆਂ ਨੂੰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8ਵੀਂ ਕਲਾਸ ਦੀ ਬੁੱਕ ਵੈਲਕਮ ਲਾਈਫ ਦਾ ਦੂਜਾ ਲੈਸਨ ਸੈਲਫ ਕੰਟਰੋਲ, ਜਿਹਨੂੰ ਆਪਾਂ ਪੰਜਾਬੀ 'ਚ ਕਹੀਦਾ ਹੈ ਸਵੈ ਨਿਯੰਤਰ। ਚਲੋ ਸ਼ੁਰੂ ਕਰਦੇ ਹਾਂ। To be successful in life, you have to fight the biggest struggle within yourself. ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਸਭ ਤੋਂ ਵੱਡਾ ਸੰਘਰਸ਼ ਆਪਣੇ ਅੰਦਰ ਹੀ ਲੜਨਾ ਪੈਂਦਾ ਹੈ। ਤਾਂ ਚਲਿਓ ਸ਼ੁਰੂ ਕਰਦੇ ਹਾਂ। ਇੰਟਰੋਡਕਸ਼ਨ। Dear students, self-control is an essential quality that allows us to control our emotions, behavior, choices, and preferences for the accomplishment of our set goals. ਪਿਆਰੇ ਵਿਦਿਆਰਥੀਓ, ਸਵੈ ਨਿਯੰਤਰਣ ਇੱਕ ਜ਼ਰੂਰੀ ਗੁਣ ਹੈਗਾ ਜੋ ਸਾਨੂੰ ਆਪਣੀਆਂ ਭਾਵਨਾਵਾਂ ਨੂੰ, ਆਪਣੇ ਬਿਹੇਵੀਅਰ ਨੂੰ, ਆਪਣੀਆਂ ਚੋਇਸਿਸ ਨੂੰ, ਆਪਣੇ ਪ੍ਰੈਫਰੈਂਸਿਸ ਨੂੰ ਤੇ ਨਾਲ ਦੀ ਨਾਲ ਆਪਣੇ ਜਿਹੜੇ ਗੋਲ ਹੈਗੇ ਨੇ ਉਹਨਾਂ ਨੂੰ ਹਾਸਲ ਕਰਨ ਦੇ ਵਿੱਚ ਮਦਦ ਕਰਦਾ ਹੈ। ਤੇ ਇਹ ਇੱਕ ਬਹੁਤ ਜ਼ਰੂਰੀ ਗੁਣ ਹੋਣਾ ਚਾਹੀਦਾ ਹੈ ਹਰੇਕ ਬੰਦੇ ਵਿੱਚ। With self restraint we can move towards our destination. ਸਵੈ ਸਮਝ ਦੇ ਨਾਲ ਅਸੀਂ ਆਪਣੀ ਡੈਸਟੀਨੇਸ਼ਨ ਤੱਕ ਪਹੁੰਚ ਸਕਦੇ ਹਾਂ, ਜਿੱਥੇ ਸਾਨੂੰ ਪਹੁੰਚਣਾ ਹੁੰਦਾ ਹੈ, ਮੰਜ਼ਿਲ ਤੱਕ ਪਹੁੰਚ ਸਕਦੇ ਹਾਂ। ਆਰ ਪਰਫਾਰਮੈਂਸ ਇਨ ਸਕੂਲ ਗੈਟਸ ਇੰਪਰੂਵ। ਜੇ ਅਸੀਂ ਆਪਣੇ ਅੰਦਰ ਜਿਹੜੀ ਸਮਝ ਹੈਗੀ ਉਹਨੂੰ ਯੂਜ਼ ਕਰੀਏ ਤਾਂ ਸਕੂਲ ਦੇ ਵਿੱਚ ਵੀ ਅਸੀਂ ਵਧੀਆ ਕਰ ਸਕਦੇ ਹਾਂ। ਆਰ ਇੰਟਰਪਰਸਨਲ ਰਿਲੇਸ਼ਨਸ਼ਿਪ ਟਾਈਜ਼ ਗੈਟ ਸਟਰੈਂਥਨਡ। ਜਿਹੜੇ ਸਾਡੇ ਆਪਸੀ ਸੰਬੰਧ ਹੁੰਦੇ ਨੇ ਉਹ ਵੀ ਮਜ਼ਬੂਤ ਹੁੰਦੇ ਨੇ। ਆਰ ਸੈਲਫ ਕੌਨਫੀਡੈਂਸ ਬੂਸਟਸ ਅਪ। ਸਾਡਾ ਜਿਹੜਾ ਆਤਮ ਵਿਸ਼ਵਾਸ ਹੈ ਉਹ ਵੀ ਵੱਧਦਾ ਹੈਗਾ। ਆਰ ਫਿਜ਼ੀਕਲ ਐਂਡ ਮੈਂਟਲ ਹੈਲਥ ਆਲਸੋ ਇੰਪਰੂਵਸ। ਤੇ ਇਸ ਤੋਂ ਇਲਾਵਾ ਸਾਡੀ ਸਰੀਰਿਕ ਤੇ ਮਾਨਸਿਕ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। Once we set a limit for each of our tasks according to our ability, ਇੱਕ ਵਾਰ ਅਸੀਂ ਆਪਣੀ ਸਮਰੱਥਾ ਅਨੁਸਾਰ ਆਪਣੇ ਹਰ ਕੰਮ ਲਈ ਇੱਕ ਸੀਮਾ ਤੈਅ ਕਰ ਲੈਂਦੇ ਹਾਂ, we will surely succeed in reaching our destination। ਤਾਂ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਣ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ। ਐਂਡ ਇਟ ਵਿਲ ਨਾਟ ਮੈਟਰ ਹਾਊ ਸਲੋ ਆਰ ਪ੍ਰੋਗਰੈਸ ਇਜ਼। ਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਾਡੀ ਤਰੱਕੀ ਕਿੰਨੀ ਹੌਲੀ ਹੋਏਗੀ ਔਰ ਹਾਊ ਮੈਨੀ ਟਾਈਮਸ ਵੀ ਹੈਵ ਫੇਲਡ ਇਨ ਆਰ ਐਂਡੇਵਰਸ ਅਲੋਂਗ ਦ ਵੇ। ਜਾਂ ਫਿਰ ਅਸੀਂ ਰਸਤੇ ਵਿੱਚ ਆਪਣੇ ਯਾਤਨਾ ਵਿੱਚ ਕਿੰਨੀ ਵਾਰ ਅਸਫਲ ਹੋਏ ਹਾਂ, ਉਹਦਾ ਕੋਈ ਫਰਕ ਨਹੀਂ ਪਏਗਾ, ਕਿਉਂਕਿ ਅਸੀਂ ਇੱਕ ਲਿਮਿਟ ਸੈੱਟ ਕਰ ਲਈ ਵੀ ਅਸੀਂ ਇੱਥੇ ਪਹੁੰਚਣਾ ਹੀ ਪਹੁੰਚਣਾ ਹੈਗਾ, ਸਾਡੀ ਇੰਨੀ ਸ਼ਮਤਾ ਹੈਗੀ ਹੈ। ਅੱਗੇ ਚੱਲਦੇ ਹਾਂ। If you want to be in charge of your habits and desires by controlling yourselves, here are some tips। ਜੇ ਤੁਸੀਂ ਆਪਣੇ ਆਪ ਨੂੰ ਕਾਬੂ ਕਰਕੇ ਆਪਣੀਆਂ ਇੱਛਾਵਾਂ ਅਤੇ ਆਦਤਾਂ ਦੇ ਇੰਚਾਰਜ ਬਣਨਾ ਚਾਹੁੰਦੇ ਹੋ ਤਾਂ ਇੱਥੇ ਹਨ ਕੁਝ ਸੁਝਾਅ। ਕੀ ਸੁਝਾਅ ਹੈਗੇ ਨੇ, ਕਿਵੇਂ ਇੱਛਾਵਾਂ ਤੇ ਕਾਬੂ ਪਾਇਆ ਜਾ ਸਕਦਾ ਹੈਗਾ। Identify your shortcomings as well as strengths। ਆਪਣੀਆਂ ਕਮੀਆਂ ਤੇ ਖੂਬੀਆਂ ਨੂੰ ਪਛਾਣੋ। Keep a positive and optimistic thinking। optimistic ਯਾਨੀ ਕਿ ਜਿਹੜਾ ਆਸ਼ਾਵਾਦੀ ਬੰਦਾ ਹੁੰਦਾ ਹੈ, ਜਿਹੜਾ ਅੱਗੇ ਦਾ ਵਧੀਆ ਹੀ ਸੋਚਦਾ ਹੈ। ਤਾਂ ਆਪਣੀ ਜਿਹੜੀ ਸੋਚ ਹੈਗੀ ਉਹਨੂੰ ਪੋਜ਼ਿਟਿਵ ਰੱਖੋ ਤੇ ਆਸ਼ਾਵਾਦੀ ਰੱਖੋ। Set your goals and make plans for achieving your goals। ਆਪਣੇ ਜਿਹੜੇ ਗੋਲਸ ਹੈਗੇ ਨੇ ਉਹ ਨਿਰਧਾਰਿਤ ਕਰੋ ਤੇ ਉਹਨਾਂ ਨੂੰ ਹਾਸਲ ਕਰਨ ਦੇ ਲਈ ਤੁਸੀਂ ਪਲਾਨ ਬਣਾਓ, ਹੈ ਨਾ। ਕੀ ਪ੍ਰਤੀਕਿਰਿਆ ਹੋਣੀ ਚਾਹੀਦੀ ਹੈ, ਕੀ ਯੋਜਨਾ ਹੋਣੀ ਚਾਹੀਦੀ ਹੈ। ਅਪਲਾਈ ਸੈਲਫ ਡਿਸਿਪਲਿਨ। ਸਵੈ ਅਨੁਸ਼ਾਸਨ ਨੂੰ ਲਾਗੂ ਕਰੋ ਆਪਣੀ ਜ਼ਿੰਦਗੀ ਦੇ ਵਿੱਚ। ਮੇਕ ਐਫਰਟਸ ਟੂ ਇੰਪਰੂਵ ਯੋਰ ਹੈਬਿਟਸ। ਆਪਣੀਆਂ ਆਦਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਫੋਰਗਿਵ ਯੋਰ ਮਿਸਟੇਕਸ ਐਂਡ ਮੂਵ ਔਨ। ਆਪਣੀਆਂ ਗਲਤੀਆਂ ਨੂੰ ਆਪਣੇ ਆਪ ਮਾਫ ਕਰੋ ਤੇ ਅੱਗੇ ਵਧੋ। ਰਿਵਾਰਡ yourself for your accomplishment। ਆਪਣੀਆਂ ਪ੍ਰਾਪਤੀਆਂ ਲਈ ਆਪਣੇ ਆਪ ਨੂੰ ਇਨਾਮ ਦਿਓ। Have the courage to follow your unique interests and express your independent ideas। ਆਪਣੀਆਂ ਵੱਖਰੀਆਂ ਜਿਹੜੇ ਤੁਹਾਡੇ ਇੰਟਰਸਟ ਹੈਗੇ ਨੇ, ਰੁਚੀਆਂ ਹੈਗੀਆਂ ਨੇ, ਉਹਨਾਂ ਨੂੰ ਫੋਲੋ ਕਰਨ ਦੀ ਹਿੰਮਤ ਰੱਖੋ ਤੇ ਆਪਣੇ ਜਿਹੜੇ ਵਿਚਾਰ ਹੈਗੇ ਨੇ ਉਹਨਾਂ ਨੂੰ ਵੀ ਪ੍ਰਗਟ ਕਰਨ ਦੀ ਹਿੰਮਤ ਰੱਖੋ। ਆਪਣੇ ਤੇ ਯਾਨੀ ਭਰੋਸਾ ਰੱਖੋ। ਅੱਗੇ ਚੱਲਦੇ ਹਾਂ। ਸੈਲਫ ਬਿਲੀਫ ਐਂਡ ਸੈਲਫ ਕੰਟਰੋਲ। ਸੈਲਫ ਬਿਲੀਫ ਯਾਨੀ ਕਿ ਸਵੈ ਤੇ ਵਿਸ਼ਵਾਸ। ਸੈਲਫ ਕੰਟਰੋਲ ਦਾ ਮਤਲਬ ਸਵੈ ਨਿਯੰਤਰਣ ਰੱਖਣਾ। ਇੱਥੇ ਇੱਕ ਐਕਟੀਵਿਟੀ ਦਿੱਤੀ ਹੋਈ ਹੈ। Dear students, let us perform an activity to see how we can boost our performance through self-belief and self-control। ਪਿਆਰੇ ਵਿਦਿਆਰਥੀ, ਆਓ ਇਹ ਐਕਟੀਵਿਟੀ ਕਰੀਏ ਤੇ ਦੇਖੀਏ
ਕਿ ਇਸ ਰਾਹੀਂ ਆਪਾਂ ਕਿਵੇਂ ਆਪਣੇ ਆਪ ਤੇ ਗਤੀਵਿਧੀ ਕਰਕੇ ਆਪਣੇ ਆਪ ਤੇ ਸਵੈ ਵਿਸ਼ਵਾਸ ਜਾਂ ਸਵੈ ਨਿਯੰਤਰਣ ਕਰ ਸਕਦੇ ਹਾਂ ਜਾਂ ਉਹਦੇ ਵਿੱਚ ਵਾਧਾ ਕਰ ਸਕਦੇ ਹਾਂ। To carry out this activity, take a sheet of paper and a small book. ਹੁਣ ਇਸ ਗਤੀਵਿਧੀ ਨੂੰ ਪੂਰਾ ਕਰਨ ਦੇ ਲਈ ਕਾਗਜ਼ ਦੀ ਸ਼ੀਟ ਲਓ ਤੇ ਇੱਕ ਛੋਟੀ ਜਿਹੀ ਕਿਤਾਬ ਲਓ। ਹੁਣ ਇੱਥੇ ਦੱਸਿਆ ਗਿਆ ਹੈ, is it possible for a thin sheet of paper to hold a book? ਇਹ ਪਤਲੀ ਜੀ ਜਿਹੜੀ ਸ਼ੀਟ ਹੈਗੀ ਆ ਇੱਥੇ ਆਪਾਂ ਬਣਾ ਦਿੰਦੇ ਆ, ਏਦਾਂ ਕਰਕੇ ਰੱਖ ਦਿੰਦੇ ਆ ਤੇ ਇਹਦੇ ਉੱਤੇ ਕਿਤਾਬ ਰੱਖ ਦਿੰਦੇ ਆ। ਜੇ ਮੋੜਨਾ ਨਹੀਂ ਹੈ ਸ਼ੀਟ ਨੂੰ, ਅਜੇ ਸਿੰਪਲ ਸ਼ੀਟ ਰੱਖੀ ਆ ਆਪਾਂ, ਤਾਂ ਇਹ ਸ਼ੀਟ ਜਿਹੜੀ ਹੈ ਕਿ ਇਹ ਇਸ ਕਿਤਾਬ ਦਾ ਭਾਰ ਸੰਭਾਲ ਸਕੇਗੀ? No, that is not possible. ਇਹ ਤਾਂ ਹੋ ਹੀ ਨਹੀਂ ਸਕਦਾ। What could be the reason for this? ਇਹਦਾ ਕੀ ਕਾਰਨ ਹੋਏਗਾ ਵੀ ਇਹ ਜਿਹੜੀ ਸ਼ੀਟ ਹੈ ਇਹ ਕਿਤਾਬ ਦਾ ਭਾਰ ਨਹੀਂ ਚੁੱਕ ਸਕਦੀ? The sheet of paper is so weak that it cannot support the weight of the book. ਇਹ ਕਾਫੀ weak ਹੈਗੀ ਹੈ, ਕਮਜ਼ੋਰ ਹੈਗੀ ਹੈ ਤੇ ਇਸ ਕਿਤਾਬ ਦਾ ਭਾਰ ਨਹੀਂ ਚੁੱਕ ਸਕਦੀ। Because it itself is not strong enough. ਆਪ ਹੀ strong ਨਹੀਂ ਹੈ। Will it be possible if the thin sheet of paper becomes powerful? ਜੇਕਰ ਇਹ ਪਤਲੀ ਜੀ ਸ਼ੀਟ ਹੈਗੀ ਹੈ ਇਹ ਤਾਕਤਵਰ ਬਣ ਜਾਂਦੀ ਹੈ ਤਾਂ ਕੀ ਇਸ ਦਾ ਭਾਰ ਚੁੱਕ ਸਕਦੀ ਹੈ? ਚਲੋ ਦੇਖਦੇ ਹਾਂ ਕਿ ਚੁੱਕ ਸਕਦੀ ਹੈ ਭਾਰ ਕਿ ਨਹੀਂ। Now try to roll this thin sheet of paper like a tubular structure. ਹੁਣ ਇਹ ਪਤਲੀ ਜੀ ਜਿਹੜੀ ਸ਼ੀਟ ਹੈਗੀ ਹੈ ਇਹਨੂੰ ਤੁਸੀਂ ਰੋਲ ਕਰਨ ਦੀ ਕੋਸ਼ਿਸ਼ ਕਰਨੀ ਹੈ ਗੋਲ-ਗੋਲ ਇਨ ਟਿਊਬ ਦੇ ਸਟਰਕਚਰ ਦੇ ਵਿੱਚ, ਜਿਵੇਂ ਇੱਥੇ ਬਣਾਇਆ ਹੋਇਆ। Try placing a small book on this pipe shaped sheet of paper. ਹੁਣ ਕੋਸ਼ਿਸ਼ ਕਰੋ ਇਹ ਜਿਹੜੀ ਪਾਈਪ ਵਰਗਾ ਤੁਹਾਡੀ ਇੱਕ ਸ਼ੇਪ ਬਣ ਗਈ ਹੈ ਪੇਪਰ ਦੀ, ਇਹਦੇ ਉੱਤੇ ਕਿਤਾਬ ਰੱਖਣ ਦੀ ਕੋਸ਼ਿਸ਼ ਕਰੋ। You will notice that the thin sheet of paper will now successfully hold the book over it. ਤੇ ਜਦ ਤੁਸੀਂ ਇਹਨੂੰ ਮੋੜ ਕੇ ਇਹਦੇ ਉੱਤੇ ਕਿਤਾਬ ਰੱਖੋਗੇ ਤੁਸੀਂ ਦੇਖੋਗੇ ਵੀ ਹੁਣ ਇਹਦੇ ਉੱਤੇ ਜਿਹੜੀ ਕਿਤਾਬ ਹੈਗੀ ਹੈ ਉਹ ਬੈਲੈਂਸ ਹੋ ਰਹੀ ਹੈ, ਇਹਨੇ ਇਹ ਕਿਤਾਬ ਆਪਣੇ ਉੱਤੇ ਚੱਕ ਲਈ ਹੈ। As the sheet of paper became stronger, it gained the ability to hold a book heavier than it. ਜਦੋਂ ਹੀ ਇਹ ਪੇਪਰ ਜਿਹੜਾ ਹੈ ਇਹ ਮਜ਼ਬੂਤ ਹੋ ਗਿਆ, ਇਹਦੇ ਵਿੱਚ ਸ਼ਮਤਾ ਆ ਗਈ ਕਿ ਇਹ ਆਪਣੇ ਤੋਂ ਭਾਰੀ ਜਿਹੜੀ ਕਿਤਾਬ ਹੈਗੀ ਹੈ ਉਹ ਆਪਣੇ ਉੱਪਰ ਚੱਕ ਲੇ। Similarly, we can also enhance our self-confidence through repetitive practice. ਇਸੇ ਤਰੀਕੇ ਦੇ ਨਾਲ ਆਤਮ ਵਿਸ਼ਵਾਸ ਜਿਹੜਾ ਹੈਗਾ ਆਪਣਾ ਉਹ ਆਪਾਂ ਵਧਾ ਸਕਦੇ ਹਾਂ ਪ੍ਰੈਕਟਿਸ ਕਰ ਕਰਕੇ ਬਾਰ-ਬਾਰ। ਐਂਡ ਸੈਲਫ ਕੰਟਰੋਲ that will ultimately improve our abilities. ਤੇ ਆਪਣਾ ਜਿਹੜਾ ਸੈਲਫ ਕੰਟਰੋਲ ਹੈਗਾ, ਨਿਯੰਤਰਣ ਹੈਗਾ, ਉਹ ਵੀ ਆਪਾਂ ਉਹਦੇ ਵਿੱਚ ਵੀ ਵਾਧਾ ਕਰ ਸਕਦੇ ਹਾਂ, ਜਿਹੜਾ ਕਿ ਸਭ ਤੋਂ ਜ਼ਰੂਰੀ ਹੁੰਦਾ। If we boost up our self-confidence and be able to control our emotions, anger, jealousy, etc. ਜੇਕਰ ਅਸੀਂ ਆਪਣੇ ਆਤਮ ਵਿਸ਼ਵਾਸ ਨੂੰ ਵਧਾਉਂਦੇ ਹਾਂ ਤੇ ਨਾਲ ਦੀ ਨਾਲ ਆਪਣੀਆਂ ਭਾਵਨਾਵਾਂ, ਗੁੱਸੇ, ਈਰਖਾ ਆਦਿ ਤੇ ਕਾਬੂ ਪਾ ਲੈਂਦੇ ਹਾਂ and overcome our weaknesses ਤੇ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਦੇ ਹਾਂ, then we will definitely accomplish success. ਤਾਂ ਯਕੀਨਨ ਤੌਰ ਤੇ ਸਾਨੂੰ ਸਫਲਤਾ ਮਿਲੂਗੀ ਹੀ ਮਿਲੂਗੀ। ਠੀਕ ਹੈ, ਇਹ ਐਕਟੀਵਿਟੀ ਵਧੀਆ ਹੈਗੀ ਹੈ ਨਾ, ਇਹ ਦਰਸਾਉਂਦੀ ਹੈ ਵੀ ਕਿਵੇਂ ਆਪਣੇ ਆਪ ਤੇ ਕੰਟਰੋਲ ਪਾ ਸਕਦੇ ਹਾਂ। ਅੱਗੇ ਚੱਲਦੇ ਹਾਂ। ਮੋਸਟ ਇਨਫਲੂਐਂਸ਼ੀਅਲ ਟੀਮ ਆਫ ਦ ਡੇ। ਹੁਣ ਤੁਸੀਂ ਇਹ ਦੱਸਣਾ ਹੈ ਬਹੁਤ ਸਾਰੀ ਟੀਮਸ ਨੇ ਕੰਮ ਕੀਤਾ, ਦਿਨ ਦੀ ਸਭ ਤੋਂ ਪ੍ਰਭਾਵਸ਼ਾਲੀ ਟੀਮ ਕਿਹੜੀ ਸੀ? Dear students, divide your classmates into 2 teams ਜਾਂ groups. ਤੁਸੀਂ ਆਪਣੀ ਕਲਾਸ ਨੂੰ 2 ਗਰੁੱਪਸ ਦੇ ਵਿੱਚ ਵੰਡ ਦੇਣਾ ਹੈ। One student from the first team will ask a question and then a student from the second team will put another question instead of asking. ਪਹਿਲਾ ਜਿਹੜਾ ਟੀਮ ਹੈ ਉਹਦਾ ਇੱਕ ਬੱਚਾ ਇੱਕ ਸਵਾਲ ਕਰੇਗਾ ਤੇ ਫਿਰ ਦੂਜੀ ਟੀਮ ਦਾ ਜਿਹੜਾ ਬੱਚਾ ਹੈ ਉਹ ਸਵਾਲ ਦਾ ਜਵਾਬ ਨਹੀਂ ਦੇਗਾ, ਉਹ ਬਦਲੇ ਵਿੱਚ ਇੱਕ ਹੋਰ ਸਵਾਲ ਕਰੇਗਾ। When the second student from the first team will ask one more question, ਫਿਰ ਇਸ ਟੀਮ ਤੋਂ ਇੱਕ ਹੋਰ ਬੱਚਾ ਖੜਾ ਹੋਊਗਾ ਜੋ ਇੱਕ ਹੋਰ question ਪੁੱਛੇਗਾ, then the second student from the second team will also raise a question. ਫਿਰ ਇਸ ਟੀਮ ਦਾ ਵੀ ਇੱਕ ਬੱਚਾ question ਪੁੱਛੇਗਾ। ਐਵੇਂ ਹੀ the third student from the first team will put up a question and the third student from the second team will ask one more question. ਐਵੇਂ ਤੀਜਾ ਬੱਚਾ ਇੱਥੋਂ ਖੜਾ ਹੋਏਗਾ, ਇੱਕ ਸਵਾਲ ਪੁੱਛੇਗਾ, ਇੱਥੋਂ ਵੀ ਖੜਾ ਹੋਏਗਾ ਇੱਕ ਬੱਚਾ ਤੇ ਸਵਾਲ ਪੁੱਛੇਗਾ। Each time when a member of the team will put up a question, in response to a question, a star would be added to that team's account.
ਮੰਨ ਲਓ ਇਸ ਟੀਮ ਦੇ ਸਵਾਲ ਪੁੱਛਣ ਵਾਜੋ ਇਸ ਟੀਮ ਨੇ ਵੀ ਜਦ ਇੱਕ ਸਵਾਲ ਪੁੱਛ ਲਿਆ, ਬਰਾਬਰ ਸਵਾਲ ਪੁੱਛ ਲਿਆ, ਤਾਂ ਉਸ ਟੀਮ ਨੂੰ ਇੱਕ ਸਟਾਰ ਦਿੱਤਾ ਜਾਏਗਾ। This activity will continue as long as the member of the opposing team answers instead of asking a further question। ਕਹਿਣ ਦਾ ਮਤਲਬ ਇਹ ਗਤੀਵਿਧੀ ਚੱਲਦੀ ਰਹੇਗੀ ਜਦ ਤੱਕ ਦੂਜੀ ਟੀਮ ਜਿਹੜੀ ਉਹ ਜਵਾਬ ਨਾ ਦੇ ਦੇ, ਯਾਨੀ ਕਿ ਜੇ ਜਵਾਬ ਦੇਤਾ ਉਹ ਹਾਰ ਜੂਗੀ, ਪਰ ਜੇ ਇਦਾਂ ਹੀ ਸਵਾਲ ਪੁੱਛਦੇ ਰਹੇ ਤਾਂ ਇਹ ਗਤੀਵਿਧੀ ਜਿਹੜੀ ਹੈਗੀ ਆ ਉਹ ਚੱਲਦੀ ਰਹੂਗੀ। In this way, the team with more stars will win the title of the most influential team। ਤੇ ਇਸ ਤਰ੍ਹਾਂ ਵਧੇਰੇ ਜਿਹੜੇ ਸਿਤਾਰੇ ਨੇ ਉਹ ਉਸ ਟੀਮ ਨੂੰ ਮਿਲਣਗੇ ਜਿਹਨੂੰ ਇਹ ਟਾਈਟਲ ਮਿਲਾ ਹੋਏਗਾ ਸਭ ਤੋਂ ਪ੍ਰਭਾਵਸ਼ਾਲੀ ਟੀਮ। As the students in that team have won by demonstrating self control। ਕਿਉਂ ਇਹ ਟਾਈਟਲ ਮਿਲਿਆ? ਕਿਉਂਕਿ ਉਸ ਟੀਮ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਆਪਣੀ ਸੈਲਫ ਕੰਟਰੋਲ ਦੀ, ਸਵੈ ਦੇ ਉੱਤੇ ਕੰਟਰੋਲ ਦੀ ਜਿਹੜੀ ਕੁਆਲਿਟੀ ਹੈ ਉਹ ਦਰਸਾਈ ਹੈਗੀ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜਵਾਬ ਨਹੀਂ ਦੇਣਾ ਸਵਾਲ ਦਾ, ਅੱਗੋਂ ਸਵਾਲ ਪੁੱਛਣਾ ਹੈ, ਤਾਂ ਤੁਸੀਂ ਆਪਣੇ ਉੱਤੇ ਕੰਟਰੋਲ ਹੀ ਕਰ ਰਹੇ ਹੋ ਨਾ। ਤੁਸੀਂ ਦੇਖਿਆ ਹੋਏਗਾ YouTube ਤੇ ਕਈ ਵਾਰ ਆ ਕੇ ਲੋਕ ਪੁੱਛਦੇ ਨੇ ਵੀ ਤੁਸੀਂ ਇਹ ਆਈਫੋਨ ਜਿੱਤ ਜਾਓਗੇ ਜੇ ਤੁਸੀਂ ਜਵਾਬ ਨਹੀਂ ਦੋਗੇ ਜਾਂ ਬੋਲੋਗੇ ਨਹੀਂ। ਫਿਰ ਉਹ ਪੁੱਛਣਾ ਸ਼ੁਰੂ ਕਰਦੇ ਨੇ, ਅੱਛਾ ਤੁਹਾਡਾ ਨਾਂ ਕੀ ਹੈ, ਅੱਛਾ ਇਹ, ਪਰ ਜੇ ਬੰਦਾ ਆਪਣਾ ਨਾਂ ਦੱਸ ਦਿੰਦਾ ਤਾਂ ਉਹਦਾ ਆਪਣੇ ਉੱਪਰ ਕੰਟਰੋਲ ਨਹੀਂ ਹੈ, ਤਾਂ ਇਹ ਉਹ ਆਈਫੋਨ ਵੀ ਨਹੀਂ ਜਿੱਤ ਪਾਉਂਦਾ। ਦੇਖਿਆ ਹੋਏਗਾ ਨਾ। ਕੁਐਸਚਨਸ ਟੂ ਬੀ ਆਸਕਡ ਕੈਨ ਬੀ ਐਜ਼ ਸਿੰਪਲ ਐਜ਼, ਜਿਹੜੇ ਸਵਾਲ ਪੁੱਛੇ ਜਾਣੇ ਨੇ ਉਹ ਇੰਨੇ ਸਰਲ ਹੋ ਸਕਦੇ ਨੇ, ਜਿਵੇਂ ਵਾਟ ਇਜ਼ ਯੋਰ ਨੇਮ, ਤੁਹਾਡਾ ਨਾਮ ਕੀ ਹੈ। ਟੈਲ ਦ ਨੇਮ ਆਫ ਯੋਰ ਡਿਸਟ੍ਰਿਕਟ, ਆਪਣੇ ਜ਼ਿਲ੍ਹੇ ਦਾ ਨਾਂ ਦੱਸੋ। ਇਨ ਵਿਚ ਸਕੂਲ ਡੂ ਯੂ ਸਟੱਡੀ, ਤੁਸੀਂ ਕਿਹੜੇ ਸਕੂਲ ਵਿੱਚ ਪੜ੍ਹਦੇ ਹੋ। ਇਨ ਵਿਚ ਸਟੇਟ ਡੂ ਯੂ ਲਿਵ, ਤੁਸੀਂ ਕਿਹੜੇ ਰਾਜ ਵਿੱਚ ਰਹਿੰਦੇ ਹੈਗੇ ਹੋ। ਹੂ ਇਜ਼ ਯੋਰ ਫੇਵਰੇਟ ਟੀਚਰ, ਤੁਹਾਡੇ ਮਨਪਸੰਦ ਅਧਿਆਪਕ ਕੌਣ ਹਨ। ਨੇਮ ਯੋਰ ਫੇਵਰੇਟ ਸਪੋਰਟ ਜਾਂ ਗੇਮ, ਆਪਣੀ ਮਨਪਸੰਦ ਖੇਡ ਦਾ ਨਾਮ ਦੱਸੋ। ਵਿਚ ਇਜ਼ ਯੋਰ ਫੇਵਰੇਟ ਕਲਰ, ਤੁਹਾਡਾ ਮਨਪਸੰਦ ਰੰਗ ਕਿਹੜਾ ਹੈ। ਹੂ ਇਜ਼ ਯੋਰ ਬੈਸਟ ਫਰੈਂਡ, ਤੁਹਾਡਾ ਸਭ ਤੋਂ ਵਧੀਆ ਦੋਸਤ ਕੌਣ ਹੈ ਜਾਂ ਪੱਕਾ ਦੋਸਤ ਕੌਣ ਹੈ। ਇਨ ਵਿਚ ਕੰਟਰੀ ਡੂ ਯੂ ਲਿਵ ਇਨ, ਤੁਸੀਂ ਕਿਸ ਦੇਸ਼ ਵਿੱਚ ਰਹਿੰਦੇ ਹੋ। ਟੈਲ ਦ ਨੇਮ ਆਫ ਯੋਰ ਵਿਲੇਜ, ਟਾਊਨ ਜਾਂ ਸਿਟੀ, ਆਪਣੇ ਪਿੰਡ, ਕਸਬੇ ਜਾਂ ਸ਼ਹਿਰ ਦਾ ਨਾਂ ਦੱਸੋ। ਨੇਮ ਦ ਪ੍ਰਾਈਮ ਮਿਨਿਸਟਰ ਆਫ ਯੋਰ ਕੰਟਰੀ, ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂ ਦੱਸੋ। ਵਿਚ ਇਜ਼ ਯੋਰ ਫੇਵਰੇਟ ਸਬਜੈਕਟ, ਤੁਹਾਡਾ ਮਨਪਸੰਦ ਵਿਸ਼ਾ ਕਿਹੜਾ ਹੈ। ਵਿਚ ਇਜ਼ ਯੋਰ ਫੇਵਰੇਟ ਫੂਡ, ਤੁਹਾਡਾ ਮਨਪਸੰਦ ਖਾਣਾ ਜਾਂ ਭੋਜਨ ਕਿਹੜਾ ਹੈ। ਵਿਚ ਫੈਸਟੀਵਲ ਡੂ ਯੂ ਲਾਈਕ ਦ ਮੋਸਟ, ਤੁਹਾਡਾ ਕਿਹੜਾ ਤਿਉਹਾਰ ਸਭ ਤੋਂ ਵੱਧ ਮਨਪਸੰਦ ਹੈਗਾ ਜਾਂ ਕਿਹੜਾ ਤਿਉਹਾਰ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਹੈਗਾ। ਆ ਦੇਖੋ ਇੱਥੇ ਟੀਮ 1, ਇੱਥੇ ਟੀਮ 2। ਜੇ ਤੁਹਾਡੇ ਦਿਮਾਗ 'ਚ ਹੋਰ ਵੀ ਸਵਾਲ ਹੈਗੇ ਨੇ ਤੁਸੀਂ ਇੱਥੇ ਲਿਖ ਸਕਦੇ ਹੋ। ਅੱਗੇ, ਡੀਅਰ ਸਟੂਡੈਂਟਸ, ਨਾਓ ਡਿਵਾਈਡ ਯੋਰ ਕਲਾਸਮੇਟਸ ਇਨ 5 ਟੀਮਸ। ਹੁਣ ਤੁਸੀਂ ਆਪਣੀ ਕਲਾਸ ਨੂੰ 5 ਟੀਮਾਂ ਵਿੱਚ ਡਿਵਾਈਡ ਕਰ ਲੈਣਾ ਹੈ। ਆ ਦੇਖੋ 1 2 3 4 5। The students of the first team will form a circle and start counting the numbers from 1 to 10. One student will start counting by speaking 1। ਹੁਣ ਜਿਹੜੀ ਪਹਿਲੀ ਟੀਮ ਹੈਗੀ ਹੈ, ਠੀਕ ਹੈ, ਉਹਦੇ ਵਿੱਚ ਬੱਚਿਆਂ ਨੇ ਇਦਾਂ ਕਰਕੇ ਇੱਕ ਸਰਕਲ ਬਣਾ ਲੈਣਾ ਤੇ ਉਹ ਸਰਕਲ ਵਿੱਚ ਐਵੇਂ ਕਰਕੇ ਖੜੇ ਹੋਣਗੇ ਤੇ 1 ਤੋਂ ਲੈ ਕੇ 20 ਤੱਕ ਗਿਣਨਗੇ, ਇੱਕ ਇੱਕ ਕਰਕੇ। ਪਹਿਲਾਂ 1 2 3 ਇਦਾਂ ਕਰਕੇ ਬੋਲਣਾ ਸ਼ੁਰੂ ਕਰਨਗੇ। But remember, the next number can be spoken by any one of the students of the team। ਹੁਣ ਜ਼ਰੂਰੀ ਨਹੀਂ ਹੈ ਵੀ ਇਦਾਂ ਕਰਕੇ ਹੀ ਚੱਲਣਾ 1 2 3 ਕਰਕੇ। ਮੰਨ ਲਓ ਇੱਥੇ ਜਿਹੜਾ ਬੱਚਾ ਸੀ ਇਹਨੇ ਨਹੀਂ ਬੋਲਿਆ ਤੇ ਇਹਨੇ 2 ਬੋਲਤਾ, ਇੱਥੇ ਵਾਲੇ ਨੇ 3 ਬੋਲਤਾ, ਫਿਰ ਇੱਥੇ ਵਾਲੇ ਨੇ 4, ਇੱਥੇ ਵਾਲੇ ਨੇ 5। If a number is spoken by 2 or more students together, ਮੰਨ ਲਓ ਇਹ 2 ਨੰਬਰ ਇੱਥੇ ਵਾਲੇ ਨੇ ਵੀ ਬੋਲਿਆ ਤੇ ਇੱਥੇ ਵਾਲੇ ਨੇ ਵੀ ਬੋਲਿਆ, 2 ਨੇ ਬੋਲਤਾ, ਜਾਂ ਮੰਨ ਲਓ ਇੱਕ ਹੋਰ ਬੱਚੇ ਨੇ ਇੱਥੇ ਵਾਲੇ ਨੇ ਵੀ 2 ਬੋਲਤਾ, that team will be considered out of the activity। ਤੇ ਉਹ ਵਾਲੀ ਟੀਮ ਨੂੰ ਫਿਰ ਆਪਾਂ ਕਹਿ ਦਾਂਗੇ ਵੀ ਉਹ ਗਤੀਵਿਧੀ ਤੋਂ ਬਾਹਰ ਹੋ ਗਈ, ਯਾਨੀ ਇੱਕ ਹੀ ਬੱਚੇ ਨੇ ਇੱਕ ਕਰਕੇ ਨੰਬਰ ਬੋਲਣਾ ਸੀ, ਇਹ ਨਹੀਂ ਵੀ ਸਾਰੇ ਇਕੱਠੇ ਬੋਲ ਰਹੇ ਨੇ। ਇੱਕ ਤੋਂ ਵੱਧ ਬੱਚੇ ਨੇ ਜੇ ਨੰਬਰ ਬੋਲਤਾ ਨਾ ਤਾਂ ਉਹ ਟੀਮ ਆਊਟ। Similarly, students from other teams will also perform the activity। ਐਵੇਂ ਹੀ ਕਰਕੇ ਦੂਜੀ ਜਿਹੜੀ ਟੀਮ ਹੈਗੀ ਹੈ ਉਹ ਵੀ ਐਵੇਂ ਐਕਟੀਵਿਟੀ ਇਹ ਕਰੇਗੀ, ਤੀਜੀ, ਚੌਥੀ, ਪੰਜਵੀਂ। Similarly, students from other teams will also perform the activity। The team whose participants exercise the most self-control
will complete the count। ਹੁਣ ਜਿਹੜੀ ਟੀਮ ਦੇ ਬੱਚੇ ਜਿਹੜੇ ਹੈਗੇ ਨੇ ਸਭ ਤੋਂ ਵੱਧ ਸਮਝ ਦੇ ਨਾਲ ਖੇਡਣਗੇ, ਭਾਗੀਦਾਰੀ ਦਿਖਾਣਗੇ ਆਪਣੀ, ਵੀ ਕਿਸੇ ਨੂੰ ਛੇਤੀ ਖਤਮ ਕਰਨ ਦੀ ਲੋੜ ਨਹੀਂ ਹੈ, ਗੇਮ ਸਭ ਦਾ ਨੰਬਰ ਆਊਗਾ। ਹੋ ਸਕਦਾ ਤੁਸੀਂ ਸਰਕਲ 'ਚ ਖੜੇ ਹੋ, ਤੁਸੀਂ 1 2 3 ਐਵੇਂ ਕਰਕੇ ਬੋਲੋ, ਪਰ ਹੋ ਸਕਦਾ ਬੱਚਿਆਂ ਨੂੰ ਸਮਝ ਨਾ ਹੋਏ, ਉਹ ਸਾਰੇ ਜਲਦਬਾਜ਼ੀ ਵਿੱਚ ਬੋਲਣ ਵੀ ਮੇਰੀ ਵਾਰੀ ਵੀ ਆ ਜਾਏ, ਮੇਰੀ ਵੀ ਆ ਜਾਏ, ਤਾਂ ਫਿਰ ਟੀਮ ਹਾਰ ਜਾਂਦੀ ਹੈ। ਜਿਹੜੀ ਟੀਮ ਸਭ ਤੋਂ ਪਹਿਲਾਂ ਕਾਊਂਟਿੰਗ ਖਤਮ ਕਰ ਲਏਗੀ ਉਹ ਟੀਮ ਜਿੱਤ ਜਾਊਗੀ। ਕਿਹੜਾ ਟਾਈਟਲ? ਦ ਮੋਸਟ ਇਫੈਕਟਿਵ ਟੀਮ ਆਫ ਦ ਡੇ, ਯਾਨੀ ਕਿ ਦਿਨ ਦੀ ਸਭ ਤੋਂ ਪ੍ਰਭਾਵਸ਼ਾਲੀ ਟੀਮ ਦਾ ਟਾਈਟਲ ਉਹ ਜਿੱਤ ਜੂਗੀ। ਠੀਕ ਹੈ ਬੇਟਾ, ਅੱਗੇ ਚੱਲਦੇ ਹਾਂ। ਹੁਣ ਆਪਾਂ 2 ਐਕਟੀਵਿਟੀਜ਼ ਕਰ ਲਈਆਂ ਆਪਾਂ। ਓਨ ਸੈਲਫ ਚੈੱਕਅਪ, ਹੁਣ ਤੁਸੀਂ ਆਪਣੇ ਉੱਤੇ ਚੈੱਕ ਕਰਨਾ ਹੈ, ਸਵੈ ਦੀ ਜਾਂਚ ਕਰਨੀ ਹੈ। ਇੱਥੇ ਤੁਸੀਂ ਸਭ ਤੋਂ ਪਹਿਲਾਂ ਲਿਖਣਾ ਹੈ ਮਾਈ ਨੇਮ ਇਜ਼, ਤੁਹਾਡਾ ਕੀ ਨਾਮ ਹੈਗਾ। ਇੱਥੇ ਲਿਖਣਾ ਹੈ ਮਾਈ 2 ਗੁੱਡ ਕੁਆਲਿਟੀਜ਼ ਆਰ, ਮੇਰੇ 'ਚ 2 ਚੰਗੇ ਗੁਣ ਕਿਹੜੇ ਨੇ। I am proud of myself, ਮੈਨੂੰ ਆਪਣੇ ਆਪ ਤੇ ਮਾਣ ਕਿਉਂ ਹੈ, 2 ਚੀਜ਼ਾਂ ਲਿਖਣੀਆਂ ਨੇ। My 2 weaknesses are, ਮੇਰੀਆਂ 2 ਕਮਜ਼ੋਰੀਆਂ ਕਿਹੜੀਆਂ ਨੇ। My future goals are, ਮੇਰੇ ਭਵਿੱਖ ਦੇ ਜਿਹੜੇ ਗੋਲਸ ਨੇ ਉਹ ਕੀ ਨੇ। ਮੈਂ ਇੱਥੇ ਦਾ ਆਨਸਰ ਲਿਖਿਆ ਏਰੀਆ, ਸਭ ਤੋਂ ਪਹਿਲਾਂ ਜਿਹੜਾ ਦਿੱਤਾ ਹੈ ਉਹ ਮੈਂ ਇਹਦਾ ਜਵਾਬ ਦਿੱਤਾ ਹੈ ਗੁੱਡ ਕੁਆਲਿਟੀਜ਼ ਕਿਹੜੀਆਂ ਨੇ ਮੇਰੇ ਵਿੱਚ। I am friendly, loyal, trustworthy and honest, ਯਾਨੀ ਕਿ ਮੈਨੂੰ ਦੋਸਤੀ ਕਰਨ 'ਚ ਕੋਈ ਪ੍ਰੋਬਲਮ ਨਹੀਂ ਹੁੰਦੀ, ਮੈਂ ਵਫਾਦਾਰ ਹੈਗਾ ਹੈ, ਭਰੋਸੇਮੰਦ ਹੈਗਾ ਹੈ, ਤੇ ਮੈਂ ਬਹੁਤ ਇਮਾਨਦਾਰ ਹਾਂ। I stay clean and eat healthy food, ਦੂਜਾ ਮੈਂ ਸਾਫ਼ ਰਹਿੰਦਾ ਹਾਂ ਤੇ ਸਿਹਤਮੰਦ ਖਾਣਾ ਖਾਂਦਾ। ਹੁਣ ਪ੍ਰਾਊਡ ਮੈਂ ਕਿਉਂ ਆ? I learn from my mistakes and don't repeat it, ਮੈਂ ਆਪਣੀ ਗਲਤੀਆਂ ਤੋਂ ਸਿੱਖਦਾ ਹਾਂ ਤੇ ਉਹਨੂੰ ਦੁਹਰਾਉਂਦਾ ਨਹੀਂ। I don't quit easily, ਮੈਂ ਛੇਤੀ ਹੀ ਕਿਸੇ ਚੀਜ਼ ਨੂੰ ਛੱਡਦਾ ਨਹੀਂ ਜਦ ਤੱਕ ਮੈਂ ਉਹ ਹਾਸਲ ਨਾ ਕਰ ਲਾਂ। ਹੁਣ ਮੇਰੇ ਗੋਲਸ ਕੀ ਨੇ? ਗੇਨ ਨੌਲੇਜ ਡੇ ਟੂ ਡੇ, ਰੋਜ਼ ਜ਼ਿੰਦਗੀ ਦੇ ਵਿੱਚ ਆਪਣੀ ਹੋਰ ਦਿਮਾਗ ਚਲਾਉਣਾ, ਵਾਧਾ ਕਰਨਾ, ਜ਼ਿਆਦਾ ਗਿਆਨ ਪ੍ਰਾਪਤ ਕਰਨਾ। ਤੇ ਦੂਜਾ ਕੀ ਹੈਗਾ? ਬੀ ਅ ਸਕਸੈਸਫੁਲ ਪਰਸਨ ਵਿਦ ਅ ਪੋਜ਼ਿਟਿਵ ਐਟੀਟਿਊਡ, ਇੱਕ ਵਧੀਆ ਇਨਸਾਨ ਬਣਨਾ ਜਿਹਦਾ ਜਿਹੜਾ ਐਟੀਟਿਊਡ ਹੈਗਾ ਉਹ ਵੀ ਵਧੀਆ ਹੋਏ, ਪੋਜ਼ਿਟਿਵ ਹੋਏ। ਮੇਰੀਆਂ ਕਮਜ਼ੋਰੀਆਂ ਕੀ ਨੇ? ਆਈ ਐਮ ਅ ਬਿਟ ਸ਼ਾਈ, ਮੈਂ ਥੋੜਾ ਜਿਹਾ ਸ਼ਾਈ ਹੈਗਾ ਹੈ, ਮੈਂ ਜ਼ਿਆਦਾ ਘੁਲਦਾ ਮਿਲਦਾ ਨਹੀਂ ਕਈ ਵਾਰ। ਦੂਜਾ I have trouble saying no, ਮੈਂ ਕਈ ਵਾਰ ਜੇ ਕੋਈ ਮੈਨੂੰ ਕੰਮ ਕਹਿ ਦੇ, ਮੇਰੇ ਤੋਂ ਨਾ ਨਹੀਂ ਹੁੰਦੀ, ਤਾਂ ਇਹ ਮੇਰੀ ਕਮਜ਼ੋਰੀ ਹੈਗੀ ਹੈ। ਅੱਗੇ ਚੱਲਦੇ ਹਾਂ। What should be done, ਕੀ ਕਰਨਾ ਚਾਹੀਦਾ। ਇੱਥੇ ਸਿਚੁਏਸ਼ਨ ਦਿੱਤੀ ਹੋਈ ਹੈ, ਸਥਿਤੀ ਦਿੱਤੀ ਹੋਈ ਹੈ, ਤੇ ਇੱਥੇ ਤੁਸੀਂ ਦੱਸਣਾ ਹੈ ਕਿ ਤੁਸੀਂ ਕੀ ਕਰੋਗੇ। What do I do, ਤੁਸੀਂ ਉਹਦੇ ਤੇ ਟਿਕ ਮਾਰਨਾ ਹੈ। What should I do, ਇਹ ਤੁਹਾਨੂੰ ਕੀ ਕਰਨਾ ਚਾਹੀਦਾ ਉਹ ਇੱਥੇ ਦੱਸਿਆ ਗਿਆ। ਤਾਂ ਚਲੋ ਸ਼ੁਰੂ ਕਰਦੇ ਹਾਂ। My good habits include, ਮੇਰੀਆਂ ਚੰਗੀਆਂ ਆਦਤਾਂ ਕਿਹੜੀਆਂ ਨੇ। ਮੇਰੀਆਂ ਚੰਗੀਆਂ ਆਦਤਾਂ ਕਿਹੜੀਆਂ ਨੇ? ਐਕਸਰਸਾਈਜ਼ਿੰਗ, ਮੈਂ ਐਕਸਰਸਾਈਜ਼ ਕਰਦੀ ਹਾਂ। ਈਟਿੰਗ ਹੈਲਦੀ, ਚੰਗਾ ਸਿਹਤਮੰਦ ਖਾਂਦੀ ਹਾਂ। ਪ੍ਰੈਕਟਿਸਿੰਗ ਮੈਡੀਟੇਸ਼ਨ, ਤੇ ਮੈਂ ਧਿਆਨ ਵੀ ਲਾਉਂਦੀ ਹਾਂ। ਦੇਖੋ ਇਹਦੇ ਵਿੱਚ ਮੈਂ ਕੀ ਕਰਦੀ ਹਾਂ। I never noticed, ਮੈਂ ਇਹ ਆਦਤਾਂ ਕਦੀ ਨੋਟਿਸ ਹੀ ਨਹੀਂ ਕੀਤੀਆਂ, ਕਦੇ ਧਿਆਨ ਹੀ ਨਹੀਂ ਦਿੱਤਾ। I always get compliments for these, ਮੈਨੂੰ ਹਮੇਸ਼ਾ ਇਹਨਾਂ ਲਈ ਮੇਰੀ ਤਾਰੀਫ ਹੁੰਦੀ ਹੈ। These make me proud of myself, ਇਹਨਾਂ ਆਦਤਾਂ ਕਰਕੇ ਮੈਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਹੈ। No one ever noticed, ਕਿਸੇ ਨੇ ਅੱਜ ਤੱਕ ਇਹਨਾਂ ਆਦਤਾਂ ਬਾਰੇ ਧਿਆਨ ਹੀ ਨਹੀਂ ਦਿੱਤਾ। ਦੇਖੋ ਮੈਂ ਇਹਦੇ ਵਿੱਚ ਇਹ ਕਹਾਂਗੀ ਕਿ I always get compliments, ਮੈਨੂੰ ਹਮੇਸ਼ਾ ਇਹਦੇ ਬਾਰੇ ਤਾਰੀਫਾਂ ਹੀ ਹੋਈਆਂ ਨੇ ਤੇ ਮੈਨੂੰ ਇਸ ਕਰਕੇ ਆਪਣੇ ਉੱਤੇ ਮਾਣ ਵੀ ਹੈਗਾ। ਤੇ ਤੁਹਾਨੂੰ ਕਰਨਾ ਕੀ ਚਾਹੀਦਾ ਇਹਦੇ ਲਈ? I will pay more attention, ਮੈਂ ਇਹਨਾਂ ਵੱਲ ਹੋਰ ਧਿਆਨ ਦੇਵਾਂਗੀ ਕਿਉਂਕਿ ਚੰਗੀਆਂ ਆਦਤਾਂ ਨੇ। I will hone my talent through self control, hone ਦਾ ਮਤਲਬ ਮੈਂ ਇਹਨੂੰ ਹੋਰ ਤਿੱਖਾ ਕਰਾਂਗੀ, ਇਹਨੂੰ ਹੋਰ ਵਧੀਆ ਕਰਾਂਗੀ। ਤੇ ਇੱਥੇ ਦੱਸਿਆ ਗਿਆ ਵੀ ਮੈਂ ਆਪਣੀ ਸਮਝ ਦੁਆਰਾ ਇਸ ਚੀਜ਼ ਤੇ ਹੋਰ ਕੰਮ ਕਰਾਂਗੀ। I will further boost up my self confidence through regular practice, ਤੇ ਮੈਂ ਨਿਰੰਤਰ ਅਭਿਆਸ ਕਰਕੇ ਆਪਣਾ ਆਤਮ ਵਿਸ਼ਵਾਸ ਜਿਹੜਾ ਹੈ ਉਹਦੇ ਵਿੱਚ ਵਾਧਾ ਕਰਾਂਗੀ। ਇਹੀ ਕਰਨਾ ਚਾਹੀਦਾ ਹੈ ਨਾ ਸਾਨੂੰ। ਅੱਗੇ my bad habits include, ਹੁਣ ਮਾੜੀਆਂ ਆਦਤਾਂ ਕਿਹੜੀਆਂ ਨੇ? sleeping less than 6 hours a day, 6 ਘੰਟੇ ਤੋਂ ਘੱਟ ਸੋਣਾ। not exercising, ਤੁਸੀਂ ਲਿਖ ਸਕਦੇ ਹੋ। ਤੇ ਇਹਦੇ ਲਈ ਮੈਂ ਕੀ ਕਰਦੀ ਹਾਂ? I never paid attention, ਮੈਂ ਕਦੇ ਧਿਆਨ ਹੀ ਨਹੀਂ ਦਿੰਦੀ ਵੀ ਚਲੋ ਚੱਲੀ ਜਾਣ ਦੋ। I always get scolded for these, ਮੈਨੂੰ ਹਮੇਸ਼ਾ ਇਹਦੇ ਕਰਕੇ ਝਿੜਕਾਂ ਪੈਂਦੀਆਂ ਨੇ।
these make me feel ashamed of myself। ਇਹਨਾਂ ਕਰਕੇ ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿ ਨਹੀਂ। ਹੁਣ ਕਰਨਾ ਕੀ ਚਾਹੀਦਾ ਹੈ? ਜੇ ਤੁਸੀਂ ਕਦੇ ਵੀ ਇਹਦੇ ਉੱਤੇ ਧਿਆਨ ਨਹੀਂ ਦਿੱਤਾ, ਤੁਸੀਂ ਕਹੋਗੇ ਆਈ ਵਿਲ ਫੋਕਸ ਮੋਰ ਅਟੈਂਸ਼ਨ, ਮੈਂ ਜ਼ਿਆਦਾ ਧਿਆਨ ਦੇਵਾਂਗੀ। ਜੇ ਤੁਹਾਨੂੰ ਡਾਂਟ ਪੈਂਦੀ ਹੈ ਤਾਂ ਤੁਸੀਂ ਕਹੋਗੇ ਆਈ ਵਿਲ ਮੇਕ ਐਫਰਟਸ ਟੂ ਫਰਦਰ ਇੰਪਰੂਵ ਮਾਈ ਸੈਲਫ ਥਰੂ ਸੈਲਫ ਕੰਟਰੋਲ, ਯਾਨੀ ਕਿ ਸਵੈ ਤੇ ਨਿਯੰਤਰਣ ਕਰਕੇ ਮੈਂ ਆਪਣੇ ਆਪ ਤੇ ਹੋਰ ਬਿਹਤਰ ਬਣਨ ਦਾ ਯਤਨ ਕਰਾਂਗੀ। I will build up my self confidence through constant practice, ਤੇ ਮੈਂ ਲਗਾਤਾਰ ਅਭਿਆਸ ਰਾਹੀਂ ਆਪਣਾ ਆਤਮ ਵਿਸ਼ਵਾਸ ਜਿਹੜਾ ਹੈ ਉਹਦੇ ਵਿੱਚ ਵਾਧਾ ਕਰਾਂਗੀ। ਅੱਗੇ ਚੱਲਦੇ ਹਾਂ। When someone scolds me, ਜਦ ਮੈਨੂੰ ਕੋਈ ਝਿੜਕਦਾ ਹੈ, ਮੈਂ ਕੀ ਕਰਦੀ ਹਾਂ? I start arguing further, ਮੈਂ ਅੱਗੋਂ ਬਹਿਸ ਕਰਨੀ ਸ਼ੁਰੂ ਕਰ ਦਿੰਦੀ ਹਾਂ। I start weeping, ਮੈਂ ਰੋਣਾ ਸ਼ੁਰੂ ਕਰ ਦਿੰਦੀ ਹਾਂ। I get irritated, ਮੈਂ ਚਿੜ ਜਾਂਦੀ ਹਾਂ। I further commit mistakes deliberately, ਮੈਂ ਹੋਰ ਗਲਤੀਆਂ ਕਰਦੀ ਹਾਂ ਜਾਣ ਬੁੱਝ ਕੇ। I endure in silence, ਯਾਨੀ ਮੈਂ ਸ਼ਾਂਤੀ ਨਾਲ ਬਰਦਾਸ਼ਤ ਕਰਦੀ ਰਹਿੰਦੀ ਹਾਂ ਜਦ ਕੋਈ ਮੈਨੂੰ ਝਿੜਕਦਾ। ਕਰਨਾ ਕੀ ਚਾਹੀਦਾ ਹੈ? I apologize for the mistake, ਮੈਂ ਆਪਣੀ ਗਲਤੀ ਲਈ ਮਾਫੀ ਮੰਗ ਲੈਂਦੀ ਹਾਂ। I promise never to repeat the mistake again, ਤੇ ਮੈਂ ਵਾਅਦਾ ਕਰਦੀ ਹਾਂ ਕਿ ਇਹਨੂੰ ਦੁਬਾਰਾ ਦੁਹਰਾਵਾਂਗੀ ਨਹੀਂ ਇਸ ਗਲਤੀ ਨੂੰ। When her anger dips down, I explain my position, ਤੁਸੀਂ ਇੱਥੇ ਚੁੱਪਚਾਪ ਸੁਣ ਰਹੇ ਹੋ, ਪਰ ਤੁਹਾਨੂੰ ਕਰਨਾ ਕੀ ਚਾਹੀਦਾ? ਮੰਨ ਲਓ ਤੁਸੀਂ ਗਲਤ ਹੋ ਹੀ ਨਹੀਂ, ਤਾਂ ਦੂਜੇ ਬੰਦੇ ਦਾ ਜਦ ਗੁੱਸਾ ਘਟ ਜਾਂਦਾ ਹੈ ਤਾਂ ਤੁਹਾਨੂੰ ਆਪਣੀ ਜਿਹੜੀ ਸਥਿਤੀ ਹੈ, ਜਿਹੜੀ ਗੱਲ ਹੈਗੀ ਉਹ ਰੱਖਣੀ ਚਾਹੀਦੀ ਹੈ। ਅੱਗੇ, when I am jealous of someone, ਜਦੋਂ ਮੈਂ ਕਿਸੇ ਤੋਂ ਈਰਖਾ ਕਰਦੀ ਹਾਂ, ਜੈਲਸੀ ਹੁੰਦੀ ਹੈ। I intensify her to carry out something wrong, ਮੈਂ ਉਸਨੂੰ ਕੁਝ ਗਲਤ ਕਰਨ ਦੇ ਲਈ ਥੋੜੀ ਜੀ ਹੱਲਾਸ਼ੇਰੀ ਦਿੰਦੀ ਹਾਂ, ਥੋੜਾ ਜਿਹਾ ਉਹਨੂੰ ਅੱਗੇ ਨੂੰ ਕਰਦੀ ਹਾਂ। I try to harm her, ਕਿਉਂਕਿ ਮੈਂ ਉਹਦੇ ਤੋਂ ਜੈਲਸ ਹੈਗੀ ਆ, ਈਰਖਾ ਕਰਦੀ ਹਾਂ ਤਾਂ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹਾਂ। I try to defame her image, ਤੇ ਮੈਂ ਉਸਦੀ ਜਿਹੜੀ ਇਮੇਜ ਹੈਗੀ ਹੈ, ਜਿਹੜਾ ਉਸਦਾ ਨਾਮ ਹੈਗਾ, ਉਸਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਏਦਾਂ ਦਾ ਕੁਝ ਨਹੀਂ ਕਰਨਾ ਚਾਹੀਦਾ। ਕਰਨਾ ਕੀ ਚਾਹੀਦਾ ਹੈ? I try to improve myself by imitating her good habits, ਤੁਸੀਂ ਈਰਖਾ ਇਸੇ ਲਈ ਕਰ ਰਹੇ ਹੋ ਨਾ ਕਿਉਂਕਿ ਉਹ ਤੁਹਾਡੇ ਤੋਂ ਵਧੀਆ ਹੋਏਗਾ, ਤਾਂ ਤੁਸੀਂ ਆਪਣੇ ਆਪ ਨੂੰ ਬਿਹਤਰ ਕਰੋਗੇ, ਆਪਣੇ ਅੰਦਰ ਚੰਗੀਆਂ ਆਦਤਾਂ ਲਿਆ ਕੇ, ਜਿਹੜੀਆਂ ਚੰਗੀਆਂ ਆਦਤਾਂ ਉਸ ਬੰਦੇ ਵਿੱਚ ਹੈਗੀਆਂ ਜਿਹਦੇ ਤੋਂ ਤੁਸੀਂ ਈਰਖਾ ਕਰਦੇ ਹੋ। I can consult my teacher or parents, ਤੇ ਮੈਂ ਇਸ ਬਾਰੇ ਗੱਲ ਕਰ ਸਕਦੀ ਹਾਂ, ਆਪਣੇ ਅਧਿਆਪਕ ਤੋਂ ਸਲਾਹ ਲੈ ਸਕਦੀ ਹਾਂ, ਆਪਣੇ ਘਰ ਵਾਲਿਆਂ ਤੋਂ ਸਲਾਹ ਲੈ ਸਕਦੀ ਹਾਂ। ਅੱਗੇ, when someone's misconduct makes me angry, ਜਦੋਂ ਕਿਸੇ ਦਾ ਦੁਰਵਿਵਹਾਰ ਮੈਨੂੰ ਗੁੱਸਾ ਹੋਣ ਤੇ ਮਜਬੂਰ ਕਰ ਦਿੰਦਾ ਤੇ ਕੀ ਕਰਦੇ ਹਾਂ ਆਪਾਂ? My conflict commences with her, ਮੇਰਾ ਉਸ ਨਾਲ ਝਗੜਾ ਸ਼ੁਰੂ ਹੋ ਜਾਂਦਾ ਹੈ। I start rebuking her, ਮੈਂ ਉਸਨੂੰ ਝਿੜਕਣਾ ਸ਼ੁਰੂ ਕਰ ਦਿੰਦੀ ਹਾਂ। I try to vent out my anger on her, ਮੈਂ ਉਸ ਤੇ ਆਪਣਾ ਗੁੱਸਾ ਕੱਢਣ ਦੀ ਕੋਸ਼ਿਸ਼ ਕਰਦੀ ਹਾਂ। ਵੈਂਟ ਯਾਨੀ ਬਾਹਰ ਕੱਢਣਾ। I stop interacting with her, ਮੈਂ ਉਹਦੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੰਦੀ ਹਾਂ। ਦੇਖੋ ਕਰਨਾ ਕੀ ਚਾਹੀਦਾ? ਜਦ ਕਿਸੇ ਦੀ ਮਾੜੇ ਬਿਹੇਵੀਅਰ ਕਰਕੇ ਤੁਹਾਨੂੰ ਗੁੱਸਾ ਆਏ, I humbly try to alter her attitude, ਨਿਮਰਤਾ ਨਾਲ ਮੈਂ ਉਸਦੀ ਜਿਹੜੀ ਸੋਚ ਹੈਗੀ ਹੈ ਉਹਦੇ ਵਿੱਚ ਬਦਲਾਵ ਲਿਆਉਣ ਦੀ ਕੋਸ਼ਿਸ਼ ਕਰਾਂਗੀ। I try to find out the reason for her misconduct, ਜਾਂ ਮੈਂ ਉਸ ਦੁਆਰਾ ਜਿਹੜਾ ਦੁਰਵਿਵਹਾਰ ਕੀਤਾ ਜਾ ਰਿਹਾ ਹੈ ਉਸਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਾਂਗੀ। I discuss with an elder, ਜਾਂ ਮੈਂ ਕਿਸੇ ਵੱਡੇ ਦੇ ਨਾਲ ਸਲਾਹ ਕਰਾਂਗੀ ਜਾਂ ਚਰਚਾ ਕਰਾਂਗੀ। ਅੱਗੇ, when I am not ready to study and I am forced to do so, ਜਦੋਂ ਮੈਂ ਪੜ੍ਹਾਈ ਕਰਨ ਦੇ ਲਈ ਤਿਆਰ ਨਹੀਂ ਹਾਂ ਤੇ ਮੈਨੂੰ ਇਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਤੇ ਆਪਾਂ ਕੀ ਕਰਦੇ ਹਾਂ? I make efforts to disrupt the class discipline, ਮੈਂ ਜਾਣ ਬੁੱਝ ਕੇ ਕਲਾਸ ਦੇ ਵਿੱਚ ਜਿਹੜਾ ਅਨੁਸ਼ਾਸਨ ਹੈ ਉਹਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹਾਂ। I exaggerate my classmates to join me, ਤੇ ਮੈਂ ਆਪਣੇ ਸਹਿਪਾਠੀਆਂ ਨੂੰ ਮੇਰੇ ਨਾਲ ਜੁੜਨ ਦੇ ਲਈ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ। I start to argue with my teacher, ਬਿਨਾਂ ਕਿਸੇ ਗੱਲ ਤੋਂ ਮੈਂ ਆਪਣੇ ਅਧਿਆਪਕ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੰਦਾ। I discontinue the assigned work and fabricate fake excuses, ਮੈਂ ਜਿਹੜਾ ਕੰਮ ਹੈਗਾ ਉਹਨੂੰ ਕਰਨਾ ਬੰਦ ਕਰ ਦਿੰਦਾ ਜਾਂ ਕਰ ਦਿੰਦੀ ਆ ਅਤੇ ਝੂਠੇ ਬਹਾਨੇ ਕਰਨਾ ਸ਼ੁਰੂ ਕਰ ਦਿੰਦਾ ਜਾਂ ਬਣਾਉਣਾ ਸ਼ੁਰੂ ਕਰ ਦਿੰਦਾ। ਕਰਨਾ ਕੀ ਚਾਹੀਦਾ? I try to overpower myself by self control,
to focus on my studies। ਹਾਲਾਂਕਿ ਮੇਰਾ ਪੜ੍ਹਨ ਦਾ ਦਿਲ ਨਹੀਂ ਹੈ, ਪਰ ਆਪਣੀ ਪੜ੍ਹਾਈ ਤੇ ਧਿਆਨ ਦੇਣ ਦੇ ਲਈ ਮੈਂ ਆਪਣੇ ਆਪ ਨੂੰ ਸਮਝਾਉਂਦਾ, ਆਪਣੇ ਆਪ ਨੂੰ ਕਾਬੂ 'ਚ ਕਰਦਾ। I try to give up my tendency of making false excuses। ਮੈਂ ਜਿਹੜੇ ਝੂਠੇ ਬਹਾਨੇ ਬਣਾਉਂਦਾ, ਉਹ ਜਿਹੜੀ ਚੀਜ਼ ਹੈਗੀ ਉਹਨੂੰ ਛੱਡਣ ਦੀ ਕੋਸ਼ਿਸ਼ ਕਰਦਾ। I set up life goals and aim at working diligently for their accomplishment। ਮੈਂ ਆਪਣੇ ਜੀਵਨ ਦੇ ਜਿਹੜੇ ਗੋਲ ਹੈਗੇ ਨੇ ਉਹ ਤੈਅ ਕਰਦਾ ਤੇ ਉਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਜਿਹੜੀ ਮਿਹਨਤ ਹੈਗੀ ਹੈ ਉਹ ਬਿਲਕੁਲ ਜੀ ਜਾਨ ਦੇ ਨਾਲ ਕਰਦਾ। ਇਹੀ ਕਰਨਾ ਚਾਹੀਦਾ ਹੈ। ਅੱਗੇ think and answer, ਸੋਚ ਕੇ ਲਿਖੋ। Make a list of your unique abilities and strength। ਆਪਣੀਆਂ ਜਿਹੜੀਆਂ ਵੱਖਰੀਆਂ ਐਬਿਲਿਟੀਜ਼ ਹੈਗੀਆਂ ਨੇ, ਜੋ ਤੁਹਾਡੀ ਹਿੰਮਤ ਹੈਗੀਆਂ ਨੇ ਜਾਂ ਆਪਣੀਆਂ ਸ਼ਕਤੀਆਂ ਬਾਰੇ ਇੱਕ ਲਿਸਟ ਬਣਾਓ। ਦੇਖੋ ਮੈਂ ਇੱਥੇ ਲਿਖਿਆ I am very curious to learn new things। ਮੈਂ ਨਵੀਆਂ ਚੀਜ਼ਾਂ ਸਿੱਖਣ ਦੇ ਲਈ ਬਹੁਤ ਉਤਸੁਕ ਰਹਿੰਦਾ ਜਾਂ ਰਹਿੰਦੀ ਹਾਂ। I am kind। ਮੈਂ ਬਹੁਤ ਕਾਈਂਡ ਹੈਗਾ, ਵਧੀਆ ਇਨਸਾਨ ਹੈਗਾ, ਜਿਹਨੂੰ ਆਪਾਂ ਕਹਿੰਦੇ ਹਾਂ ਦਿਆਲੂ। ਹੰਬਲ ਹੈਗਾ, ਨਿਮਰਤਾ ਨਾਲ ਪੇਸ਼ ਆਉਂਦਾ। ਫੇਅਰ, ਬਿਲਕੁਲ ਭੇਦਭਾਵ ਨਹੀਂ ਕਰਦਾ। ਨਾਈਸ ਟੂ ਅਦਰ ਪੀਪਲ, ਤੇ ਬਾਕੀ ਲੋਕਾਂ ਦੇ ਨਾਲ ਵਧੀਆ ਹੈਗਾ। I can also lead a team as I have leadership skills। ਤੇ ਮੈਂ ਇੱਕ ਟੀਮ ਨੂੰ ਵੀ ਉਹਦੀ ਵੀ ਅਗਵਾਈ ਕਰ ਸਕਦਾ ਹਾਂ। ਕਿਉਂਕਿ ਮੇਰੇ ਕੋਲ ਲੀਡਰਸ਼ਿਪ ਦੇ ਗੁਣ ਹੈਗੇ ਨੇ। And have good critical thinking। ਤੇ ਮੇਰੀ ਜਿਹੜੀ ਸੋਚ ਹੈਗੀ ਹੈ ਉਹ ਵੀ ਵੱਖਰੀ ਹੈਗੀ ਹੈ। ਮੇਰੀ ਥਿੰਕਿੰਗ ਕ੍ਰਿਟੀਕਲ ਹੈਗੀ ਹੈ, ਕ੍ਰੀਏਟਿਵ ਹੈਗੀ ਹੈ ਥਿੰਕਿੰਗ, ਜਿਹਨੂੰ ਆਪਾਂ ਕਹਿ ਸਕਦੇ ਹਾਂ ਰਚਨਾਤਮਕ ਸੋਚ ਹੈਗੀ ਹੈ। ਕਮਿਊਨੀਕੇਟਿਵ ਸਕਿੱਲਸ ਹੈਗੇ ਨੇ, ਜਿਹਦੇ ਨਾਲ ਆਪਾਂ ਗੱਲਬਾਤ ਕਰ ਸਕਦੇ ਹਾਂ ਵਧੀਆ। ਐਂਡ ਗੁੱਡ ਐਟ ਕੋਲੈਬੋਰੇਟਿੰਗ, ਤੇ ਸਹਿਯੋਗ ਕਰਨ ਦੇ ਵਿੱਚ ਵੀ ਮੈਂ ਵਧੀਆ ਹੈਗਾ, ਸਾਰੀ ਟੀਮ ਨੂੰ ਇਕੱਠਾ ਲੈ ਕੇ ਚੱਲਣ ਦੇ ਵਿੱਚ। ਅਪਾਰਟ ਫਰਮ ਆਲ ਦਿਸ ਆਈ ਐਮ ਐਂਥੂਜ਼ੀਆਸਟਿਕ। ਇਸ ਸਭ ਤੋਂ ਇਲਾਵਾ ਮੇਰੇ 'ਚ ਉਤਸ਼ਾਹ ਹੈਗਾ। ਮੈਂ ਕ੍ਰੀਏਟਿਵ ਹੈਗਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਵੱਖਰਾ ਜਿਹੜਾ ਸੋਚਦਾ ਹੈ, ਕੁਝ ਵੱਖਰਾ ਕਰਦਾ ਹੈ। ਡਿਸਿਪਲਿਨਡ ਹੈਗਾ, ਮੈਂ ਅਨੁਸ਼ਾਸਨ ਵਿੱਚ ਰਹਿੰਦਾ। ਹੈਵ ਅ ਲੋਟ ਆਫ ਪੇਸ਼ੈਂਸ, ਬਹੁਤ ਜ਼ਿਆਦਾ ਮੇਰੇ ਕੋਲ ਧੀਰਜ ਹੈਗਾ। ਐਂਡ ਆਈ ਰਿਸਪੈਕਟ ਅਦਰਸ, ਤੇ ਮੈਂ ਦੂਜਿਆਂ ਦੀ ਕਦਰ ਕਰਦਾ, ਆਦਰ ਕਰਦਾ। ਆਈ ਹੈਵ ਸਟਰੋਂਗ ਡਿਟਰਮੀਨੇਸ਼ਨ। ਆਈ ਹੈਵ ਅ ਸਟਰੋਂਗ ਆਏਗਾ, ਆਈ ਹੈਵ ਅ ਸਟਰੋਂਗ ਡਿਟਰਮੀਨੇਸ਼ਨ ਐਂਡ ਡੈਡੀਕੇਸ਼ਨ। ਤੇ ਮੇਰੇ ਮਜ਼ਬੂਤ ਜਿਹੜਾ ਆਪਾਂ ਕਹਿ ਸਕਦੇ ਇੱਕ ਜਜ਼ਬਾ ਹੈਗਾ ਕਿਸੇ ਚੀਜ਼ ਨੂੰ ਵੀ ਹਾਸਲ ਕਰਨ ਦੇ ਲਈ। ਅੱਗੇ ਚੱਲਦੇ ਹਾਂ। Write 5 lines about I am proud of myself because। 5 ਲਾਈਨਾਂ ਲਿਖਣੀਆਂ ਨੇ ਵੀ ਮੈਂ ਆਪਣੇ ਉੱਤੇ ਗਰਵ ਕਿਉਂ ਮਹਿਸੂਸ ਕਰਦਾ। ਮੈਂ ਇੱਥੇ ਲਿਖਿਆ I am always ready to face any kind of challenge in my life। ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦਾ। I don't complain and give up easily। Instead, I face the challenges and overcome them। ਮੈਂ ਕਦੇ ਵੀ ਆਸਾਨੀ ਨਾਲ ਹਾਰ ਨਹੀਂ ਮੰਨਦਾ, ਸਗੋਂ ਜਿਹੜੀਆਂ ਚੁਣੌਤੀਆਂ ਹੈਗੀਆਂ ਨੇ ਉਹਨਾਂ ਦਾ ਸਾਹਮਣਾ ਕਰਦਾ ਤੇ ਉਹਨਾਂ ਨੂੰ ਆਪਣੇ ਕੰਟਰੋਲ ਵਿੱਚ ਕਰਕੇ ਜਿੱਤ ਹਾਸਲ ਕਰਦਾ। I believe in hard work। ਮੈਂ ਸਖਤ ਮਿਹਨਤ ਵਿੱਚ ਵਿਸ਼ਵਾਸ ਕਰਦਾ। I am proud of the positive qualities that I have। ਮੇਰੇ 'ਚ ਜਿਹੜੀਆਂ ਵਧੀਆ ਗੁਣ ਹੈਗੇ ਨੇ ਉਹਨਾਂ ਤੇ ਮੈਨੂੰ ਗਰਵ ਮਹਿਸੂਸ ਹੁੰਦਾ ਹੈ, ਮਾਣ ਹੈਗਾ। And how I am trying to improve myself day by day। ਤੇ ਮੈਂ ਕਿਵੇਂ ਆਪਣੇ ਆਪ ਦੇ ਵਿੱਚ ਬਦਲਾਵ, ਬਿਹਤਰ ਬਣਨ ਦੀ ਕੋਸ਼ਿਸ਼ ਕਰ ਰਿਹਾ ਰੋਜ਼ਾਨਾ। I am proud of myself because I am always eager to learn new things and skills। ਤੇ ਮੈਨੂੰ ਆਪਣੇ ਆਪ ਤੇ ਮਾਣ ਇਸ ਲਈ ਵੀ ਹੈ ਕਿਉਂਕਿ ਮੈਂ ਹਮੇਸ਼ਾ ਨਵੀਆਂ ਚੀਜ਼ਾਂ ਤੇ ਹੁਨਰ ਨੂੰ ਸਿੱਖਣ ਦੇ ਲਈ ਉਤਸੁਕ ਰਹਿਣਾ। ਅੱਗੇ ਚੱਲਦੇ ਹਾਂ। Write a letter to yourself outlining your strengths, flaws, fears and your future plans to overcome these। ਆਪਣੀਆਂ ਜਿਹੜੀਆਂ ਖੂਬੀਆਂ ਹੈਗੀਆਂ ਨੇ, ਆਪਣੇ ਜਿਹੜੀਆਂ ਕਮੀਆਂ ਹੈਗੀਆਂ ਨੇ, ਡਰ ਹੈਗਾ ਨੇ, ਇਹਨਾਂ ਨੂੰ ਦੂਰ ਕਰਨ ਦੇ ਲਈ ਜਿਹੜੇ ਡਰ ਤੇ ਕਮਜ਼ੋਰੀਆਂ ਹੈਗੀਆਂ ਨੇ, ਕੀ ਪਲਾਨ ਹੈਗੇ ਨੇ, ਉਹਦੇ ਬਾਰੇ ਤੁਸੀਂ ਆਪਣੇ ਆਪ ਨੂੰ ਇੱਕ ਚਿੱਠੀ ਲਿਖਣੀ ਹੈ। ਤੇ ਇੱਥੇ ਮੈਂ ਚਿੱਠੀ ਲਿਖੀ ਹੈ ਪਟਿਆਲਾ। ਡੇਟ ਲਿਖ ਦਿਓ, ਡੀਅਰ ਹਰਪ੍ਰੀਤ ਜੋ ਮੇਰਾ ਨਾਮ ਹੈਗਾ। I want to tell you about something। ਮੈਂ ਤੁਹਾਨੂੰ ਕਿਸੇ ਚੀਜ਼ ਬਾਰੇ ਦੱਸਣਾ ਚਾਹੁੰਦੀ ਹਾਂ। ਆਪਣੇ ਆਪ ਨੂੰ ਇਹ ਚਿੱਠੀ ਲਿਖ ਰਿਹਾ ਨਾ। I know we are humans and we have different qualities। ਮੈਨੂੰ ਪਤਾ ਹੈ ਜਾਂ ਮੈਂ ਜਾਣਦੀ ਹਾਂ ਕਿ ਅਸੀਂ ਇਨਸਾਨ ਹੈਗੇ ਹਾਂ ਤੇ ਸਾਡੇ ਸਭ ਵਿੱਚ ਵੱਖ-ਵੱਖ ਗੁਣ ਹੈਗੇ ਨੇ। Likewise, I have certain strengths
ਲਾਈਕ ਆਈ ਕੈਨ ਹੈਂਡਲ ਮਾਈ ਵਰਕ ਵੈਰੀ ਪ੍ਰੀਸਾਈਜ਼ਲੀ। ਉਸੇ ਤਰੀਕੇ ਦੇ ਨਾਲ ਮੇਰੇ ਕੋਲ ਵੀ ਕੁਝ ਸ਼ਕਤੀਆਂ ਹੈਗੀਆਂ ਨੇ, ਕੁਝ ਗੁਣ ਹੈਗੇ ਨੇ, ਜਿਵੇਂ ਮੈਂ ਆਪਣੇ ਕੰਮ ਨੂੰ ਬਹੁਤ ਚੰਗੇ ਢੰਗ ਦੇ ਨਾਲ ਸੰਭਾਲ ਸਕਦੀ ਹਾਂ। ਐਂਡ ਆਈ ਡੂ ਨਾਟ ਲੂਜ਼ ਹੋਪ ਇਨ ਡਿਫਿਕਲਟ ਸਿਚੁਏਸ਼ਨਸ। ਤੇ ਮੈਂ ਮੁਸ਼ਕਲ ਸਥਿਤੀ ਵਿੱਚ ਉਮੀਦ ਨਹੀਂ ਛੱਡਦੀ। I have many flaws, ਮੇਰੇ 'ਚ ਕਮੀਆਂ ਵੀ ਹੈਗੀਆਂ ਨੇ। Like I make decisions very quickly, ਕਮੀਆਂ ਕੀ ਹੈਗੀਆਂ ਨੇ, ਜਿਵੇਂ ਮੈਂ ਬਹੁਤ ਜਲਦੀ ਫੈਸਲੇ ਲੈ ਲੈਂਦੀ ਹਾਂ। And sometimes react aggressively, ਤੇ ਕਈ ਵਾਰ ਗੁੱਸੇ ਨਾਲ ਰਿਐਕਟ ਕਰਦੀ ਹਾਂ। I have fears like stage fear, ਤੇ ਮੈਨੂੰ ਡਰ ਵੀ ਹੈਗਾ ਜਿਵੇਂ ਕਿ ਸਟੇਜ ਤੇ ਜਾਣ ਦਾ ਡਰ। And fear of drowning in the water, ਤੇ ਪਾਣੀ ਵਿੱਚ ਡੁੱਬਣ ਦਾ ਵੀ ਡਰ ਹੈਗਾ। But ਇੱਥੇ ਆਏਗਾ I have my plans to overcome all this, ਪਰ ਇਹਨਾਂ ਸਾਰਿਆਂ ਤੇ ਕਾਬੂ ਕਰਨ ਦੇ ਲਈ ਮੇਰੇ ਕੋਲ ਆਪਣੇ ਪਲਾਨਸ ਹੈਗੇ ਨੇ, ਯੋਜਨਾਵਾਂ ਹੈਗੀਆਂ ਨੇ। I have planned to learn swimming, ਮੈਂ ਇਹ ਪਲਾਨ ਕੀਤਾ ਹੈ ਕਿ ਮੈਂ ਸਵਿਮਿੰਗ ਸਿੱਖਾਂਗੀ ਤਾਂ ਕਿ ਪਾਣੀ 'ਚ ਡੁੱਬਣ ਦਾ ਜਿਹੜਾ ਡਰ ਹੈ ਉਹ ਦੂਰ ਹੋ ਜਾਏ। And give a speech on this annual day, ਤੇ ਇਸ ਐਨੂਅਲ ਦਿਨ ਤੇ ਜਿਹੜਾ ਸਕੂਲ ਦੇ ਵਿੱਚ ਹੁੰਦਾ ਹੈ ਸਾਲਾਨਾ ਦਿਨ, ਉਸ ਤੇ ਮੈਂ ਤਿਆਰੀ ਕਰਕੇ ਇੱਕ ਸਪੀਚ ਦਵਾਂਗੀ ਟੂ ਓਵਰਕਮ ਮਾਈ ਫੀਅਰਸ, ਆਪਣੇ ਜਿਹੜਾ ਡਰ ਹੈਗਾ ਉਹਨੂੰ ਦੂਰ ਕਰਨ ਦੇ ਲਈ। ਐਂਡ ਆਈ ਹੈਵ ਆਲਸੋ ਡਿਸਾਈਡਡ ਟੂ ਡੂ ਮੈਡੀਟੇਸ਼ਨਸ ਟੂ ਮੇਕ ਮਾਈ ਮਾਈਂਡ ਪੀਸਫੁਲ ਟੂ ਓਵਰਕਮ ਫਲॉज। ਤੇ ਮੈਂ ਇਹ ਵੀ ਸੋਚਿਆ ਵੀ ਮੈਂ ਆਪਣੇ ਆਪ ਨੂੰ ਸ਼ਾਂਤ ਰੱਖਣ ਦੇ ਲਈ ਮੈਡੀਟੇਸ਼ਨ ਵੀ ਕਰਾਂਗੀ, ਧਿਆਨ ਵੀ ਲਾਵਾਂਗੀ ਤਾਂ ਕਿ ਮੇਰੀ ਜਿਹੜੀਆਂ ਕਮੀਆਂ ਹੈਗੀਆਂ ਨੇ ਉਹ ਮੈਂ ਦੂਰ ਕਰ ਸਕਾਂ। yours truly ਹਰਪ੍ਰੀਤ। ठीक है बेटा, आगे चलते हैं। अगला क्वेश्चन, एक्सप्लेन हाउ सेल्फ कंट्रोल इन डिफिकल्ट सिचुएशंस लीड्स टुवर्ड्स अ सक्सेसफुल लाइफ। ये समझाओ भी किवें मुश्किल स्थिति दे विच जे तुसी अपने आप ते काबू कर लेंदे हो तां तुसी किवें तरक्की वल जा सकते हो। देखो ਇਹਦਾ ਆਨਸਰ ਮੈਂ 3 ਹਿੱਸਿਆਂ ਵਿੱਚ ਵੰਡਿਆ ਹੈ। ਤੁਸੀਂ ਕੋਈ ਇੱਕ ਪੈਰਾਗ੍ਰਾਫ ਖਾਸ ਤੌਰ ਤੇ ਇਹ ਲਿਖ ਸਕਦੇ ਹੋ। ਸਭ ਤੋਂ ਪਹਿਲੇ ਪੈਰਾਗ੍ਰਾਫ ਦੇ ਵਿੱਚ ਮੈਂ ਇਹ ਸਮਝਾਇਆ ਵੀ ਸੈਲਫ ਕੰਟਰੋਲ ਹੁੰਦਾ ਕੀ ਹੈ, ਇਹੀ ਦੱਸੋਗੇ। ਸੈਲਫ ਕੰਟਰੋਲ ਮੀਨਸ ਬੀਇੰਗ ਏਬਲ ਟੂ ਰੈਜ਼ਿਸਟ, mediate temptations and avoid acting on impulse in order to achieve more important goals। ਹੁਣ ਆਪਣੇ ਆਪ ਤੇ ਕੰਟਰੋਲ ਇਹ ਹੁੰਦਾ ਹੈ ਵੀ ਕੋਈ ਵੀ ਤੁਹਾਡੇ ਕੋਲ ਟੈਂਪਟੇਸ਼ਨ ਹੋਏ ਵੀ ਚਲੋ ਘੁੰਮਣ ਚੱਲਦੇ ਆ ਪਰ ਤੁਸੀਂ ਪੜ੍ਹਾਈ ਕਰ ਰਹੇ ਹੋ, ਤੁਸੀਂ ਉਹਨੂੰ ਸਾਈਡ ਤੇ ਰੱਖ ਸਕੋ ਤੇ ਬਿਲਕੁਲ ਫਟਾਫਟ ਛੇਤੀ ਜਿਹਨੂੰ ਆਪਾਂ ਕਹਿੰਦੇ ਆ ਡਿਸੀਜਨ ਨਾ ਲਓ, ਕਿਉਂਕਿ ਤੁਹਾਡੇ ਅੱਗੇ ਬਹੁਤ ਵਧੀਆ ਗੋਲ ਹੈਗੇ ਨੇ ਜੋ ਤੁਸੀਂ ਹਾਸਲ ਕਰਨੇ ਨੇ, ਹੈ ਨਾ। ਤੁਸੀਂ ਇਹਨਾਂ ਸਾਰੀਆਂ ਜਿਹੜੀਆਂ ਟੈਂਪਟੇਸ਼ਨਸ ਹੈਗੀਆਂ ਨੇ ਇਹਨਾਂ ਨੂੰ ਰੈਜ਼ਿਸਟ ਕਰ ਸਕੋ, ਇਹਨਾਂ ਨੂੰ ਆਪਣੇ ਤੋਂ ਦੂਰ ਕਰ ਸਕੋ। such as learning or being kind, ਤੇ ਤੁਸੀਂ ਵਧੀਆ ਗੋਲ ਹਾਸਲ ਕਰੋ, ਜਿਵੇਂ ਤੁਸੀਂ ਪੜ੍ਹਾਈ ਵੱਲ ਆਪਣਾ ਧਿਆਨ ਲਾਓ, ਦੂਜਿਆਂ ਪ੍ਰਤੀ ਕਿਵੇਂ ਤੁਸੀਂ ਬਿਹਤਰ ਬਣ ਸਕਦੇ ਹੋ ਉਹਦੇ ਵੱਲ ਧਿਆਨ ਲਾਓ। when kids have better self control they do better in school, ਜਦ ਬੱਚਿਆਂ ਦੇ ਆਪਣੇ ਉੱਤੇ ਬਿਹਤਰ ਸਵੈ ਨਿਯੰਤਰਣ ਹੁੰਦਾ ਹੈ ਤਾਂ ਉਹ ਸਕੂਲ ਵਿੱਚ ਵੀ ਬਿਹਤਰ ਕਰਦੇ ਨੇ। and get along better with others, ਤੇ ਦੂਜਿਆਂ ਨਾਲ ਵੀ ਬਿਹਤਰ ਵਿਵਹਾਰ ਕਰਦੇ ਨੇ। ਹੁਣ ਆਇਆ ਅਸਲੀ ਆਨਸਰ, ਸੈਲਫ ਕੰਟਰੋਲ ਪੀਪਲ ਜਿਹੜੇ ਹੈਗੇ ਨੇ ਉਹ ਕਿਵੇਂ ਸਕਸੈਸਫੁਲ ਹੁੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ। ਸੈਲਫ ਕੰਟਰੋਲ ਪੀਪਲ ਆਰ ਫੋਰਗਿਵਿੰਗ, ਉਹਨਾਂ ਦਾ ਆਪਣੇ ਉੱਤੇ ਕਾਬੂ ਹੁੰਦਾ ਤੇ ਉਹ ਛੇਤੀ ਹੀ ਲੋਕਾਂ ਨੂੰ ਮਾਫ ਕਰ ਦਿੰਦੇ ਨੇ। ਐਂਡ ਰਿਐਕਟ ਟੂ ਕਨਫਲਿਕਟ ਵਿਦ benevolence rather than violence, ਤੇ ਜਦ ਲੜਾਈ ਹੁੰਦੀ ਹੈਗੀ ਹੈ ਤਾਂ ਉਹ ਬੜੀ ਸ਼ਾਂਤੀ ਨਾਲ ਉਹਨੂੰ ਹੈਂਡਲ ਕਰਦੇ ਨੇ, ਲੜਾਈ ਨੂੰ ਲੜਾਈ ਦੇ ਤਰੀਕੇ ਨਾਲ ਨਹੀਂ ਹੈਂਡਲ ਕਰਦੇ। ਤਾਂ benevolence ਦਾ ਮਤਲਬ ਹੁੰਦਾ ਹੈ ਕਾਈਂਡ ਤਰੀਕੇ ਦੇ ਨਾਲ, ਫ੍ਰੈਂਡਲੀ ਤਰੀਕੇ ਦੇ ਨਾਲ ਹੈਂਡਲ ਕਰਨਾ। ਸੈਲਫ ਕੰਟਰੋਲ ਹੈਲਪ ਸੋਸਾਇਟੀਜ਼ ਫਲਰਿਸ਼, ਜੇ ਬੰਦਿਆਂ ਦਾ ਆਪਣੇ ਉੱਤੇ ਕੰਟਰੋਲ ਹੋਏਗਾ ਤਾਂ ਇਹ ਤਾਂ ਪੱਕੀ ਗੱਲ ਹੈ ਵੀ ਸਮਾਜ ਦੇ ਵਿੱਚ ਵੀ ਤਰੱਕੀ ਹੋਏਗੀ। Self-controlled people compared to their less controlled counterparts earn more money, ਜਿਹੜੇ ਲੋਕਾਂ ਦਾ ਆਪਣੇ ਉੱਤੇ ਕੰਟਰੋਲ ਹੈਗਾ ਹੈ ਉਹ ਜ਼ਿਆਦਾ ਪੈਸੇ ਕਮਾਉਂਦੇ ਨੇ ਉਹਨਾਂ ਤੋਂ ਜਿਨ੍ਹਾਂ ਦਾ ਆਪਣੇ ਉੱਤੇ ਕੰਟਰੋਲ ਨਹੀਂ ਹੈਗਾ। Not only do self-controlled people enjoy greater wealth, they behave more generously, ਏਦਾਂ ਨਹੀਂ ਹੈ ਕਿ ਉਹ ਪੈਸੇ ਜ਼ਿਆਦਾ ਕਮਾਉਂਦੇ ਨੇ, ਸਗੋਂ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਲੋਕਾਂ ਨਾਲ ਪੇਸ਼ ਵੀ ਆਉਂਦੇ ਨੇ। ਸੈਲਫ ਡਿਸਿਪਲਿਨ ਅਲਾਉਜ਼ ਯੂ ਟੂ ਸਟੇ ਫੋਕਸਡ ਔਨ ਯੂਰ ਗੋਲਸ, ਜੇ ਤੁਸੀਂ ਸੈਲਫ ਕੰਟਰੋਲ ਕਰੋਗੇ ਤਾਂ ਆਪਣੇ ਆਪ ਤੁਹਾਡਾ ਸਵੈ ਤੇ ਅਨੁਸ਼ਾਸਨ ਹੋਏਗਾ ਤੇ ਤੁਸੀਂ ਆਪਣੇ ਗੋਲਸ ਤੇ ਕਾਇਮ ਰਹੋਗੇ, ਉਸੇ ਰਸਤੇ ਚੱਲੋਗੇ। ਇਟ enables you to stay in control of yourself,
ਇਹ ਤੁਹਾਨੂੰ ਜਿਹੜਾ ਸੈਲਫ ਕੰਟਰੋਲ ਹੈਗਾ, ਸੈਲਫ ਡਿਸਪਲਿਨ ਹੈਗਾ, ਆਪਣੇ ਆਪ ਤੇ ਕੰਟਰੋਲ ਕਰਨ ਦੀ ਆਦਤ ਪਾਉਂਦਾ ਹੈ। ਐਂਡ ਆਫ ਯੋਰ ਰਿਐਕਸ਼ਨ ਆਫ ਐਨੀ ਸਿਚੁਏਸ਼ਨ, ਤੇ ਤੁਸੀਂ ਕਿਵੇਂ ਰਿਐਕਟ ਕਰਦੇ ਹੋ ਉਹ ਵੀ ਸੋਚ ਸਮਝ ਕੇ ਹੀ ਕਰੋਗੇ ਨਾ, ਕਿਉਂਕਿ ਤੁਹਾਡਾ ਆਪਣੇ ਆਪ ਤੇ ਕਾਬੂ ਹੈਗਾ। ਸੈਲਫ ਡਿਸਪਲਿਨ ਇਜ਼ ਲਾਈਕ ਅ ਮਸਲ। ਸੈਲਫ ਡਿਸਪਲਿਨ ਜਿਹੜਾ ਹੈਗਾ, ਸਵੈ ਤੇ ਅਨੁਸ਼ਾਸਨ, ਉਹ ਇੱਕ ਮਸਲ ਵਾਂਗ ਹੁੰਦਾ ਹੈ, ਮਾਸਪੇਸ਼ੀ ਵਾਂਗ ਹੁੰਦਾ ਹੈ। the more you train it, ਜਿਵੇਂ ਮਸਲ ਨੂੰ ਆਪਾਂ ਜਿਮ 'ਚ ਜਾ ਕੇ ਟ੍ਰੇਨ ਕਰਦੇ ਹਾਂ, the stronger you become, ਤੁਸੀਂ ਉਨੇ ਜ਼ਿਆਦਾ ਸਟਰੋਂਗ ਬਣਦੇ ਹੋ। lack of self discipline can cause low self esteem, ਜੇ ਤੁਹਾਡੇ 'ਚ ਸੈਲਫ ਡਿਸਪਲਿਨ ਅਨੁਸ਼ਾਸਨ ਨਹੀਂ ਹੈਗਾ ਤਾਂ ਤੁਸੀਂ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਸਕਦੇ ਤੇ ਨਾ ਹੀ ਗਰਵ ਮਹਿਸੂਸ ਕਰ ਸਕਦੇ ਹੋ, ਕਿਉਂਕਿ ਛੇਤੀ ਤੁਸੀਂ ਕੋਈ ਗਲਤੀ ਕਰ ਦੋਗੇ ਤੇ ਫਿਰ ਤੁਹਾਨੂੰ ਦੁੱਖ ਹੋਏਗਾ। ਤੇ ਇਹ ਸੀ ਅੱਜ ਦੀ ਕਲਾਸ। ਮੈਂ ਇਹਦਾ ਵੱਡਾ ਆਨਸਰ ਇਸ ਕਰਕੇ ਦੱਸਿਆ ਵੀ ਜੇ ਜ਼ਿਆਦਾ ਨੰਬਰ ਦਾ ਆ ਜਾਂਦਾ ਹੈ ਤਾਂ ਤੁਸੀਂ ਸਭ ਕੁਝ ਲਿਖ ਸਕਦੇ ਹੋ, ਅਦਰਵਾਈਜ਼ ਇਹ ਵਾਲਾ ਪੈਰਾਗ੍ਰਾਫ ਵੀ ਚੱਲ ਜੂਗਾ। ਤੇ ਜੇ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫੇਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।